हाँ जी बच्चे, ਆਪਾਂ पढ़ रहे सी कुल्फी कहानी, सॉरी जन्मदिन कहानी। क्लीयर। ਤਾਂ ਆਪਾਂ ਦੇਖਿਆ ਕਿ ਕਿਵੇਂ ਉਹਨਾਂ ਦੇ ਲਈ ਸਾਰਾ ਇੰਤਜ਼ਾਮ ਵੀ ਹੋ ਗਿਆ। ਬਸ ਉਹਨਾਂ ਨੂੰ ਨਾ ਐਤਵਾਰ ਭੇਜਣਾ। ਉਹਨੇ ਅਖਬਾਰ ਵਾਲੇ ਨਾਲ ਉਸਦੀ ਫੋਟੋ ਦੀ ਵੀ ਗੱਲ ਕਰ ਲਈ। ਦੇਵਕੀ ਇਸ ਫੋਟੋ ਦੀ ਫਜ਼ੂਲ ਖਰਚੀ ਬਾਬਤ ਕੁਝ ਕਹਿਣਾ ਤਾਂ ਚਾਹੁੰਦੀ ਸੀ, ਪਰ ਫਿਰ ਪਤੀ ਦੇ ਰੰਗ ਵਿੱਚ ਭੰਗ ਪੈ ਜਾਣ ਦੇ ਡਰ ਤੋਂ ਕੁਝ ਨਾ ਬੋਲੀ ਤੇ ਉੱਠ ਕੇ ਬਾਹਰ ਚਲੀ ਗਈ। ਸਵੇਰੇ ਮੁੰਡੇ ਕੁੜੀਆਂ ਨੂੰ ਸਕੂਲ ਤੇ ਜੁਗਲ ਪ੍ਰਸਾਦ ਨੂੰ ਦਫ਼ਤਰ ਟੋਰ ਕੇ ਦੇਵਕੀ ਨੇ ਇੱਕ ਪੁਰਾਣੀ ਚਿੱਟੀ ਚਾਦਰ ਕੱਢੀ। ਪਹਿਲਾਂ ਤਾਂ ਉਸ ਨੂੰ ਚੰਗੀ ਤਰ੍ਹਾਂ ਜਾਂਚਿਆ ਪੜਤਾਲਿਆ, ਫਿਰ ਜਾਂਚ ਕੀਤੀ ਤੇ ਸਾਰਾ ਦਿਨ ਮਗਜ ਪੱਚੀ ਕਰਕੇ ਗੁਆਂਢਣ ਦੀ ਮਸ਼ੀਨ ਤੇ ਸ਼ਾਮ ਤੀਕ ਮੁਸ਼ਕਲ ਨਾਲ ਜੋਤੀ ਦੀ ਕਮੀਜ਼ ਤਿਆਰ ਕਰ ਸਕੀ। ਉਧਰ ਜੁਗਲ ਪ੍ਰਸਾਦ ਨੇ 2 ਘੰਟਿਆਂ ਦੀ ਛੁੱਟੀ ਲਈ ਤੇ ਨਾਗਰਿਕ ਸਭਾ ਦੇ ਦਫ਼ਤਰ ਜਾ ਕੇ ਯਤਨ ਕੀਤਾ ਕਿ ਕਿਸੇ ਤਰ੍ਹਾਂ ਉਸ ਨੂੰ ਵੀ ਨਿਮੰਤਰਣ ਪੱਤਰ ਯਾਨੀ ਇਨਵੀਟੇਸ਼ਨ ਲੈਟਰ ਮਿਲ ਸਕੇ, ਤਾਂ ਜੋ ਉਹ ਆਪਣੀਆਂ ਅੱਖਾਂ ਨਾਲ ਆਪਣੇ ਪਿਆਰੇ ਪੁੱਤਰ ਨੂੰ ਮਾਣ ਪ੍ਰਾਪਤ ਕਰਦਿਆਂ ਵੇਖ ਸਕੇ। ਪਰ ਉਸ ਨੂੰ ਪਤਾ ਲੱਗਾ ਕਿ ਉਸ ਸਮਾਗਮ ਵਿੱਚ ਤਾਂ ਵੱਡੇ ਵੱਡੇ ਰਾਜਨੈਤਿਕ ਆਗੂ, ਅਮੀਰ, ਲੱਖਪਤੀਏ, ਵੱਡੇ ਵੱਡੇ ਅਫਸਰ ਤੇ ਕੁਝ ਸੱਦੇ ਗਏ ਬੱਚੇ ਹੀ ਜਾ ਸਕਦੇ ਹਨ। ਉਸ ਸੋਚਿਆ ਕਿ ਮੈਂ ਇਹਨਾਂ ਵਿੱਚੋਂ ਕਿਸੇ ਗਿਣਤੀ ਵਿੱਚ ਵੀ ਨਹੀਂ ਆਉਂਦਾ। ਵਿਚਾਰਾ ਦਿਲ ਦੀਆਂ ਉਮੰਗਾਂ ਦਿਲ ਵਿੱਚ ਹੀ ਦਬੋਚ ਕੇ ਰਹਿ ਗਿਆ। ਉਹ ਤੇ ਨਹੀਂ ਜਾ ਸਕਿਆ। ਐਤਵਾਰ ਦਾ ਦਿਨ ਆਇਆ। ਅੱਜ ਸਾਰੇ ਟੱਬਰ ਨੂੰ ਜੋਤੀ ਉੱਤੇ ਮਾਣ ਸੀ, ਜਿਸ ਕਰਕੇ ਸਾਰੇ ਉਸ ਨੂੰ ਤਿਆਰ ਕਰਨ ਵਿੱਚ ਜੁੱਟ ਪਏ ਸਨ। ਕੋਈ ਉਸ ਨੂੰ ਸਾਬਣ ਮਲ ਕੇ ਨੁਹਾ ਰਿਹਾ ਸੀ, ਕੋਈ ਨਿੱਕਰ ਕਮੀਜ਼ ਨੂੰ ਇਸਤਰੀ ਕਰ ਰਿਹਾ ਸੀ, ਕੋਈ ਉਸ ਦੀ ਕੰਘੀ ਪੱਟੀ ਦੇ ਆਹਾਰ ਵਿੱਚ ਜੁਟਿਆ ਹੋਇਆ ਸੀ। ਤਕਾਲਾਂ ਨੂੰ ਯਾਨੀ ਸੰਧਿਆ ਵੇਲੇ ਸਾਰਾ ਟੱਬਰ ਇਸ ਗੱਲ ਦੀ ਇੰਤਜ਼ਾਰ ਵਿੱਚ ਸੀ ਕਿ ਕਿਸ ਵੇਲੇ ਜੋਤੀ ਸਮਾਗਮ ਤੋਂ ਵਾਪਸ ਆਏ, ਤਾਂ ਜੋ ਆਪਣੀ ਜ਼ੁਬਾਨੀ ਸਾਰੀ ਰੌਣਕ ਤੇ ਮਿਲੇ ਮਾਣ ਨੂੰ ਵਿਸਥਾਰ ਨਾਲ ਬਿਆਨ ਕਰੇ। ਜੁਗਲ ਪ੍ਰਸਾਦ 2 ਵਾਰੀ ਸੜਕ 'ਤੇ ਆਪ ਜਾ ਚੁੱਕਾ ਸੀ। ਬੱਚਿਆਂ ਨੂੰ ਵੇਖਣ ਲਈ ਸੜਕ 'ਤੇ ਭੇਜਣ ਦਾ ਤਾਂ ਅੰਤ ਹੀ ਕੋਈ ਨਹੀਂ ਸੀ ਵੀ ਉਹਨੇ ਬੱਚਿਆਂ ਨੂੰ ਕਿੰਨੀ ਕੁ ਵਾਰੀ ਭੇਜਿਆ ਸੀ, ਯਾਦ ਹੀ ਨਹੀਂ। ਪਰ ਹਾਲਾਂ ਤੱਕ ਉਹ ਨਹੀਂ ਸੀ ਪਰਤਿਆ। ਅਖੀਰ ਉਸ ਦੂਰੋਂ ਵੇਖਿਆ ਉਸਦੀ ਪ੍ਰਿੰਸੀਪਲ ਜੋਤੀ ਨੂੰ ਆਪ ਨਾਲ ਲਿਆ ਰਹੀ ਸੀ। ਇਹ ਨਜ਼ਾਰਾ ਤੱਕ ਕੇ ਤਾਂ ਜੁਗਲ ਪ੍ਰਸਾਦ ਦੀ ਖੁਸ਼ੀ ਦਾ ਕੋਈ ਅੰਤ ਹੀ ਨਾ ਰਿਹਾ। ਦੇਵਕੀ ਦਾ ਧਿਆਨ ਉਸ ਪਾਸੇ ਵੱਲ ਖਿੱਚਦਿਆਂ ਉਹ ਗਦਗਦ ਹੋ ਕੇ ਬੋਲਿਆ, ਆਖਰ ਸਾਰੇ ਸਕੂਲ ਦਾ ਲਾਇਕ ਬੱਚਾ ਜੋ ਹੋਇਆ। ਪ੍ਰਿੰਸੀਪਲ ਵੀ ਇਸ ਨਾਲ ਆਉਣਾ ਆਪਣਾ ਫਖਰ ਸਮਝਦੀ ਹੈ, ਮਤਲਬ ਗਰਵ ਮਹਿਸੂਸ ਕਰਦੀ ਹੈ। ਇਹ ਵੇਖ ਕੇ ਉਹ ਘੜੀ ਮੁੜੀ ਜੋਤੀ ਵੱਲ ਉੱਠ ਕੇ ਉਸ ਨੂੰ ਘੁੱਟਦੀ ਤੇ ਗੱਲਾਂ ਕਰਦੀ ਹੈ। ਦੇਵਕੀ ਹੋਰ ਬੱਚਿਆਂ ਨੂੰ ਵੀ ਇਸ ਖੁਸ਼ੀ ਦੇ ਨਜ਼ਾਰੇ ਨੂੰ ਮਾਣਨ ਦਾ ਮੌਕਾ ਦੇਣ ਦੇ ਖਿਆਲ ਨਾਲ ਉਹਨਾਂ ਨੂੰ ਸੱਦਣ ਲਈ ਅੰਦਰ ਚਲੀ ਗਈ ਕਿ ਬਾਕੀ ਬੱਚੇ ਵੀ ਸੁਣ ਲੈਣ ਤੇ ਵੇਖ ਲੈਣ। ਪਰ ਨੇੜੇ ਆਉਣ 'ਤੇ ਜੁਗਲ ਪ੍ਰਸਾਦ ਨੇ ਵੇਖਿਆ ਜੋਤੀ ਡਸਕੋਰੇ ਭਰ ਰਿਹਾ ਸੀ, ਭਾਵ ਰੋ ਰਿਹਾ ਸੀ। ਇਹ ਵੇਖ ਕੇ ਜੁਗਲ ਪ੍ਰਸਾਦ ਹੱਕਾ ਬੱਕਾ ਰਹਿ ਗਿਆ। ਉਹ ਇਸ ਗੱਲ ਦੀ ਸਮਝ ਨਹੀਂ ਸੀ ਆ ਰਹੀ ਕਿ ਆਉਂਦਿਆਂ ਸਾਰ ਪ੍ਰਿੰਸੀਪਲ ਨੇ ਆਪਣਾ ਸ਼ੁਰੂ ਕਰ ਦਿੱਤਾ। ਉਸ ਪ੍ਰਿੰਸੀਪਲ ਨੇ ਆਖਣਾ ਸ਼ੁਰੂ ਕਰ ਦਿੱਤਾ, ਮਿਸਟਰ ਜੁਗਲ ਪ੍ਰਸਾਦ, ਮੈਨੂੰ ਬਹੁਤ ਅਫਸੋਸ ਹੈ ਕਿ ਆਪ ਦੇ ਸਪੁੱਤਰ ਜੋਤੀ ਨੂੰ ਹਾਰ ਪਹਿਨਾਉਣ ਦਾ ਮਾਣ ਨਹੀਂ ਮਿਲ ਸਕਿਆ, ਕਿਉਂਕਿ ਸੇਠ ਲਖਪਤ ਰਾਏ ਨੇ ਜੋਤੀ ਦੀ ਥਾਂ ਆਪਣੇ ਪੁੱਤਰ ਦਾ ਨਾਂ ਬਦਲਾ ਲਿਆ, ਯਾਨੀ ਉਹਦੀ ਜਗ੍ਹਾ ਕਿਸੇ ਹੋਰ ਬੱਚੇ ਨੂੰ ਮੌਕਾ ਮਿਲਿਆ। ਮੈਂ ਤਾਂ ਉਸ ਦੀ ਇੱਕ ਨਾ ਸੁਣੀ, ਪਰ ਉਸਨੇ ਸਾਡੇ ਚੇਅਰਮੈਨ ਨੂੰ ਆ ਕੇ ਇਹ ਕੰਮ ਕਰਵਾ ਲਿਆ। ਤੁਸੀਂ ਜਾਣਦੇ ਹੋ ਮੈਂ ਤਾਂ ਇੱਕ ਮੁਲਾਜ਼ਮ ਹੀ ਹਾਂ। ਯਾਨੀ ਕਹਿੰਦੇ ਮੈਂ ਤਾਂ ਨਹੀਂ ਮੰਨੀ ਸੀ, ਪਰ ਚੇਅਰਮੈਨ ਅੱਗੋਂ ਮੈਨੇਜਮੈਂਟ ਮੰਨ ਗਈ। ਇਹ ਸਾਰਾ ਕੁਝ ਜੋਤੀ ਦੀ ਪ੍ਰਿੰਸੀਪਲ ਇੱਕੋ ਸਾਹ ਵਿੱਚ ਕਹਿ ਕੇ ਚਲਦੀ ਬਣੀ, ਜਿਵੇਂ ਕੋਈ ਮੁਸਾਫਰ ਆਉਣ ਵਾਲੇ ਤੂਫਾਨ ਦੀ ਮਾਰ ਤੋਂ ਬਚਣ ਲਈ ਖਿਸਕਣ ਦੀ ਕਰਦਾ ਹੈ ਕਿ ਉਹ ਗੁੱਸੇ ਵਿੱਚ ਕੁਝ ਨਾ ਕਹੇ, ਯਾਨੀ ਉਹ ਨਿਮੋਝਣੀ ਸ਼ਰਮਿੰਦੀ ਹੋਈ ਚਲੀ ਗਈ। ਜੁਗਲ ਪ੍ਰਸਾਦ ਲਈ ਜਿਵੇਂ ਕੜ ਪਾਟ ਗਿਆ ਹੋਵੇ, ਭਾਵ ਉਹਦੇ ਲਈ ਤਾਂ ਜਿਵੇਂ ਅਸਮਾਨ ਹੀ ਫਟ ਗਿਆ ਹੋਏ। ਉਸ ਨੂੰ ਆਪਣੇ ਪੈਰਾਂ ਹੇਠੋਂ ਜ਼ਮੀਨ ਨਿਕਲਦੀ ਜਾਪੀ। ਉਹ ਉੱਥੇ ਦਾ ਉੱਥੇ ਖਲੋਤਾ ਰਹਿ ਗਿਆ। ਉਸ ਨੂੰ ਇੰਝ ਮਹਿਸੂਸ ਕੀਤਾ ਜਿਵੇਂ ਕਿਸੇ ਮੋਟੀ ਗੋਗੜ ਵਾਲੇ ਨੇ ਉਸ ਦੇ ਅੰਦਰ ਪੈਟਰੋਲ ਛਿੜਕਣ ਪਿੱਛੋਂ ਤਿੱਲੀ ਬਾਲ ਕੇ ਉਸ ਦੀਆਂ ਸੱਧਰਾਂ ਤੇ ਉਮੰਗਾਂ ਨੂੰ ਫੂਕ ਦਿੱਤਾ ਹੈ। ਉਸ ਅੱਗ ਦਾ ਲਾਂਬੂ ਉਸ ਦੇ ਰੋਮ ਰੋਮ ਵਿੱਚੋਂ ਨਿਕਲ ਕੇ ਉਸ ਨੂੰ ਸਾੜ ਰਿਹਾ ਹੈ। ਅਚਾਨਕ ਉਸ ਦੀਆਂ ਅੱਖਾਂ ਵਿੱਚੋਂ ਲਹੂ ਨਿਕਲ ਆਇਆ, ਭਾਵ ਬਹੁਤ ਜ਼ਿਆਦਾ ਰੋਇਆ ਤੇ ਦ੍ਰਿੜਤਾ ਨਾਲ ਕੜਕਿਆ, ਉੱਚੀ ਆਵਾਜ਼ ਵਿੱਚ ਬੋਲਿਆ, ਅੱਜ ਉਸ ਮੰਤਰੀ ਦਾ ਜਨਮ ਦਿਨ ਨਹੀਂ, ਮੇਰਾ ਜਨਮ ਦਿਨ ਨਹੀਂ, ਮੇਰੀ ਸੁੱਤੀ ਜੁਰਤ ਤੇ ਦਲੇਰੀ ਦਾ ਜਨਮ ਦਿਨ ਹੈ। ਮੈਂ ਵੇਖਾਂਗਾ ਕਿਵੇਂ ਕੋਈ ਗਰੀਬਾਂ ਦੀਆਂ ਸੱਧਰਾਂ ਤੇ ਉਮੰਗਾਂ ਨੂੰ ਲਿਤਾੜਨ ਦੀ ਜੁਰਤ ਕਰੇਗਾ। ਭਾਵ ਉਹਨੂੰ ਉਸ 'ਤੇ ਲਖਪਤੀ 'ਤੇ ਗੁੱਸਾ ਹੈ। ਬਾਹਰ ਆ ਕੇ ਦੇਵਕੀ ਤੇ ਹੋਰ ਬੱਚਿਆਂ ਨੇ ਜੋਤੀ ਨੂੰ ਡਸਕੋਰੇ ਭਰਦਿਆਂ ਤੇ ਜੁਗਲ ਪ੍ਰਸਾਦ ਨੂੰ ਜੋਸ਼ ਤੇ ਗੁੱਸੇ ਵਿੱਚ ਭੜਕਦਿਆਂ ਵੇਖਿਆ ਤਾਂ ਉਹਨਾਂ ਦੀਆਂ ਅੱਖਾਂ ਟੱਡੀਆਂ ਦੀਆਂ ਟੱਡੀਆਂ ਰਹਿ ਗਈਆਂ। ਭਾਵ ਇੱਥੇ ਇਹ ਦੱਸਿਆ ਗਿਆ ਹੈ ਕਿ ਕਿਵੇਂ ਜੁਗਲ ਪ੍ਰਸਾਦ ਨੇ ਔਖੇ ਹੋ ਕੇ ਉਹਨਾਂ ਲਈ ਤਿਆਰੀ ਕੀਤੀ, ਪਰ
ਜਿਹੜੇ ਇੱਕ ਅਮੀਰ ਵਿਅਕਤੀ ਨੇ ਉਸ ਬੱਚੇ ਦੀ ਜਗ੍ਹਾ ਆਪਣੇ ਬੱਚੇ ਦਾ ਨਾਮ ਲਿਖਵਾ ਲਿਆ। ਉੱਥੇ ਉਹਨੂੰ ਇਹ ਮਹਿਸੂਸ ਹੋ ਰਿਹਾ ਕਿ ਸਾਡੀ ਕਿਧਰੇ ਵੀ ਕੋਈ ਕੀਮਤ ਨਹੀਂ ਹੈ, ਤਾਂ ਅੱਜ ਉਹ ਕਹਿ ਰਿਹਾ ਕਿ ਹੁਣ ਮੈਂ ਦਲੇਰ ਬਣਾਂਗਾ, ਮੈਂ ਆਪਦੇ ਹੱਕ ਦੀ ਗੱਲ ਕਰਿਆ ਕਰਾਂਗਾ ਅਤੇ ਮੈਂ ਕਦੇ ਵੀ ਕਿਸੇ ਦੇ ਅੱਗੇ ਨਹੀਂ ਝੁਕਾਂਗਾ। ਕਲੀਅਰ? ਥੈਂਕ ਯੂ ਬੱਚੇ।